ਸਕਦੀ ਹੈ। ਤੁਸੀਂ ਕਹਿ ਰਹੇ ਹੋ ਕਿ ਉਹ ਜ਼ਮੀਨ ਪੁੱਡਾ ਨੇ ਐਕਵਾਇਰ ਕਰ ਲਈ ਹੈ। ਪੁੱਡਾ ਕੋਲੇ ਮੈਂ ਮੀਡੀਆ ਵਾਲਿਆਂ ਨੂੰ ਦੱਸ ਦਵਾਂ ਇਹੋ ਜੀ ਕੋਈ ਪਾਵਰ ਨਹੀਂ ਕਿ ਬਿਨਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਮਦਦ ਤੋਂ ਇਹਨਾਂ ਦੀ ਸਹਿਮਤੀ ਤੋਂ ਉਹ ਐਕਵਾਇਰ ਕਰ ਲੈਣ, ਕਿਉਂਕਿ ਇੱਥੇ ਤੁਸੀਂ ਦੇਖੀ ਹੈ ਡੇਰਾ ਬਿਆਸ ਦੀ ਕਿੰਨੀ ਵੱਡੀ ਪ੍ਰਾਪਰਟੀ ਹੈ, ਕਿੰਨੀ ਵੱਡੀ ਜ਼ਮੀਨ ਹੈ, ਦਿੱਤੀ ਗਈ ਹੈ ਉਹਨਾਂ ਨੂੰ ਵੱਲੋਂ, ਮਤਲਬ ਸਰਕਾਰ ਵੱਲੋਂ ਵੀ ਦਿੱਤੀ ਗਈ ਹੈ। ਤੇ ਉਹ ਜ਼ਮੀਨ ਹੈ ਉਹ ਜਦੋਂ 1 ਇੰਚ ਵੀ ਐਕਵਾਇਰ ਨਹੀਂ ਹੋ ਸਕਦੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜ਼ਮੀਨ ਹੈ ਉਹ ਕਿੱਦਾਂ ਐਕਵਾਇਰ ਹੋ ਜਾਊਗੀ। ਇੱਥੇ ਸਿੱਧ ਹੁੰਦਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਆਪ ਇਸ ਜ਼ਮੀਨ ਦੀ ਬੋਲੀ ਲਾ ਰਹੀ ਹੈ, ਇਹ ਤੋਂ ਪੈਸਾ ਕਮਾ ਰਹੀ ਹੈ, ਕਿਉਂਕਿ 2012 ਤੇ 13 ਵਿੱਚ ਵੀ ਉਸੇ ਜ਼ਮੀਨ ਚੋਂ ਕੱਟ ਕੇ ਜਿਹੜੀ 23 ਏਕੜ ਜ਼ਮੀਨ ਹੈ, ਜਿਹੜੀ ਰੌਲਾ ਜਿਸ ਗੱਲ ਦਾ ਸੈਣੀ ਮਾਜਰੇ ਜ਼ਮੀਨ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ ਐਰੋ ਸਿਟੀ ਦੇ ਨੇੜੇ, ਉਹ 23 ਏਕੜ ਚੋਂ 11 ਏਕੜ ਜ਼ਮੀਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੇਚੀ ਹੈ। ਜਿਹੜੀ 19 ਕਰੋੜ 65 ਲੱਖ ਦੀ ਜ਼ਮੀਨ ਵੇਚੀ ਸੀ ਉਸ ਦੀ ਅੱਜ ਕੀਮਤ ਕਿੰਨੀ ਹੈ? 66 ਕਰੋੜ ਰੁਪਏ ਉਸ ਦੀ ਕੀਮਤ ਹੈ। ਤੇ ਜਿਹੜੀ ਉਸ ਦੇ ਬਦਲੇ ਇਹਨਾਂ ਨੇ ਮਲੇਰਕੋਟਲੇ ਜ਼ਮੀਨ ਲਈ ਹੈ ਉਹ 14 ਕਰੋੜ ਦੀ ਜ਼ਮੀਨ ਲਈ ਸੀ ਉਸ ਸਮੇਂ, ਤੇ ਉਹਦੀ ਅੱਜ ਕੀਮਤ ਕਿੰਨੀ ਰਹਿ ਗਈ ਹੈ? ਸਿਰਫ 9 ਕਰੋੜ ਰੁਪਏ। ਇੰਨੇ ਕਰੋੜਾਂ ਦਾ ਘਾਟਾ ਉਹ ਵੀ ਗੁਰੂ ਘਰ ਨੂੰ। ਇਸ ਗੱਲ ਦਾ ਕੌਣ ਜ਼ਿੰਮੇਵਾਰ ਹੈ? ਇਹਦੇ ਬਾਬਤ ਵੀ ਅਸੀਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਉਹ ਵੀ ਕਰਾਂਗੇ। ਉਹਦੇ ਲਈ ਵੀ ਅਸੀਂ, ਸਾਡੇ ਨਾਲ ਵਕੀਲ ਸਾਹਿਬਾਨ ਵੀ ਮੌਜੂਦ ਨੇ, ਉਹ ਪੈਨਲ ਬਣਾਵਾਂਗੇ ਤੇ ਇੱਕ RTI ਵੀ ਲਾਵਾਂਗੇ ਕਿ ਅੱਜ ਤੋਂ 20 ਸਾਲ ਪਹਿਲਾਂ ਜਿਹੜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿੰਨੀ ਜ਼ਮੀਨ ਸੀਗੀ ਤੇ ਅੱਜ ਕਿੰਨੀ ਰਹਿ ਗਈ ਹੈ। ਇਹ ਵੀ ਸੰਗਤ ਦੇ ਸਾਹਮਣੇ ਅਸੀਂ ਗੱਲ ਰੱਖਾਂਗੇ ਤਾਂ ਕਿ ਜਿਹੜੀ ਗੁਰੂ ਘਰ ਦੀ ਜਿਹੜੀ ਜ਼ਮੀਨਾਂ ਹੈ ਉਹਨਾਂ ਨੂੰ ਵੇਚਿਆ ਨਾ ਜਾਵੇ, ਉਹਨਾਂ ਦੀ ਸੌਦੇਬਾਜ਼ੀ ਨਾ ਹੋਵੇ। ਇੱਕ ਪਾਸੇ ਤੇ ਸਾਰਾ ਪੰਜਾਬ ਆਪਣੀ ਜ਼ਮੀਨਾਂ ਵੇਚਣ ਲੱਗਿਆ ਹੋਇਆ, ਦੂਜੇ ਪਾਸੇ ਜਿਹੜਾ ਬਾਦਲ ਪਰਿਵਾਰ ਹੈ ਬਚਾਉਣ ਲੱਗਿਆ ਜੀ ਮੋਰਚਾ ਦਾ। ਤੁਸੀਂ ਦੇਖੋ ਆਪਾਂ ਆਪਣੀ ਜ਼ਮੀਨਾਂ ਬਚਾਉਣ ਲੱਗੇ ਆ ਨਾ ਦਿੱਲੀ 'ਚ, ਤੇ ਦੂਜੇ ਪਾਸੇ ਜਿਹੜਾ ਬਾਦਲ ਪਰਿਵਾਰ ਹੈ ਉਹ ਗੁਰੂ ਘਰ ਦੀ ਜ਼ਮੀਨਾਂ ਵੇਚਣ ਲੱਗਿਆ ਹੋਇਆ, ਕਿਉਂਕਿ ਪਹਿਲਾਂ ਵੀ ਉਸ ਸਮੇਂ ਬਾਦਲ ਪਰਿਵਾਰ ਦੀ ਸਰਕਾਰ ਸੀਗੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕੋਲ ਹੈ। ਤੇ ਅੱਜ ਫੇਰ ਉਸੇ ਤਰੀਕੇ ਦੇ ਨਾਲ ਆਹ ਬਾਕੀ ਜਿਹੜੀ ਜ਼ਮੀਨ ਹੈ 13 ਏਕੜ ਦੇ ਨੇੜੇ, ਇਹ ਵੀ ਉਹ ਸੌਦੇ 'ਚ ਕਰ ਰਹੇ। ਮੈਂ ਇੱਕ ਹੋਰ ਦੱਸ ਦੇਵਾਂ, ਸ਼ੇਅਰ ਕਰ ਦੇਵਾਂ, ਪੁੱਡਾ ਨੇ ਇਹਨਾਂ ਨੂੰ ਉਸ ਬਦਲੇ ਕੋਈ ਪੈਸੇ ਵੀ ਨਹੀਂ ਦੇਣੇ। ਬਦਲੇ 'ਚ ਕੀ ਦੇਣਾ? ਸ਼ੋਅਰੂਮਾਂ ਦੇ ਪਲਾਟ ਕੱਟ ਕੇ ਦੇਣੇ ਨੇ, ਜਿਹੜੇ ਕਿ ਮੈਨੇਜਰਾਂ ਦੇ ਪ੍ਰਧਾਨਾਂ ਨੇ ਉੱਥੇ ਜਾ ਕੇ ਫਿਰ ਵੱਡੇ ਵੱਡੇ ਰਿਬੋਕ ਦੇ ਹੋਰ ਕੰਪਨੀਆਂ ਦੇ ਸ਼ੋਅਰੂਮ ਬਣਾਉਣੇ ਨੇ। ਉਹ ਕਿਹਦੇ ਨਾਲ? ਗੁਰੂ ਘਰ ਦੇ ਪੈਸੇ ਦੇ ਨਾਲ। ਦੇਖੋ ਸਾਡਾ ਕੋਈ ਵੀ ਨਿੱਜੀ ਕੋਈ ਰੌਲਾ ਨਹੀਂ, ਅਸੀਂ ਚਾਹੁੰਦੇ ਹਾਂ ਵੀ ਜਿਹੜੀ ਗੁਰੂ ਘਰ ਦੀ ਜ਼ਮੀਨ ਹੈ ਉਹਨੂੰ ਅਸੀਂ ਵੇਚਣ ਨਹੀਂ ਦੇਣਾ ਹੈਗਾ। ਧੰਨਵਾਦ ਜੀ। ਤੁਸੀਂ ਕੀ ਇਹਨਾਂ ਦਾ ਲੈ ਕੇ ਆਏ ਸਾਨੂੰ ਵੀ ਐਕਸ਼ਨ ਰੇਜ਼ ਕਰਨਾ ਚਾਹੀਦਾ ਸੀ ਡਿਪਾਰਟਮੈਂਟ ਨੂੰ। ਨਹੀਂ ਜੀ, ਇੱਕ ਗੱਲ ਬੜੀ ਸਾਦੀ ਜੀ ਹੈ, ਜਿਹੜੇ ਧਾਰਮਿਕ ਅਦਾਰਿਆਂ ਦੀ ਜ਼ਮੀਨ ਹੈ ਨਾ ਉਹ ਸਰਕਾਰ ਨੂੰ ਛੱਡਣੀ ਪੈਂਦੀ ਹੈ। ਆਪਾਂ ਖਲੋਤੇ ਆ ਇੱਥੇ ਤੇ ਜੇ ਅਕਵਾਇਰ ਵੀ ਇਹ ਧਾਰਮਿਕ ਅਦਾਰਾ ਹੈ, ਜਿਹੜੀ ਆਪਾਂ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਖਲੋਤੇ ਆ, ਇਹਦੀ ਆਲੇ ਦੁਆਲੇ ਕਿੱਡੀ ਵੱਡੀ ਜ਼ਮੀਨ ਹੈ, ਇਹ ਸਾਰੀ ਛੱਡੀ ਗਈ ਸੀ। ਠੀਕ ਹੈ, ਜੇ ਇਹ ਛੱਡੀ ਜਾ ਸਕਦੀ ਹੈ ਤੇ ਇਹਦੇ ਨਾਲ ਦੀ ਇਹਦੇ ਨਾਂ ਦੀ ਗੁਰਦੁਆਰਾ ਸਾਹਿਬ ਦੀ ਜਾਂ ਧਾਰਮਿਕ ਅਦਾਰੇ ਦੀ, ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਵੀ ਜ਼ਮੀਨ ਆ ਉਹ ਛੱਡਣੀ ਪਏਗੀ ਸਰਕਾਰ ਨੂੰ। ਬਾਕੀ ਉਹਦੇ ਆਲੇ ਦੁਆਲੇ ਭਾਵੇਂ ਸਾਰੀ ਐਕਵਾਇਰ ਕਰ ਲੇ। ਸੋ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਇਹ ਸਹਿਮਤੀ ਨਹੀਂ ਦਿੰਦੀ ਕਿ ਤੁਸੀਂ ਐਕਵਾਇਰ ਕਰ ਲਓ, ਉਹਨਾਂ ਚਿਰ ਉਹ ਜ਼ਮੀਨ ਐਕਵਾਇਰ ਨਹੀਂ ਹੋ ਸਕਦੀ। ਸੋ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ 'ਚ ਪੰਥ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਇੱਕ ਪੰਥਕ ਅਦਾਰੇ ਦੀ ਜ਼ਮੀਨ ਹੈ, ਇਹਨੂੰ ਪੰਥਕ ਕੰਮਾਂ ਲਈ ਜਿਹੜਾ ਵਰਤਿਆ ਜਾਏ, ਇਹਨੂੰ ਨਾ ਜਿਹੜਾ ਹੈ ਗਮਾਡਾ ਨੂੰ ਜਿਹੜਾ ਹੈ ਦਿੱਤੀ ਜਾਵੇ। ਪੈਸੇ ਕੀ ਕਰਨੇ? ਪੈਸੇ ਤਾਂ ਗੁਰੂ ਘਰ ਦੀਆਂ ਗੋਲ ਕੰਮ ਬਥੇਰੇ ਨੇ, ਜ਼ਮੀਨ ਦੁਬਾਰਾ ਨਹੀਂ ਮਿਲਣੀ ਹੈ ਕਦੀ ਇਸ ਤਰ੍ਹਾਂ ਦੀ ਸ਼ਹਿਰ ਦੇ ਵਿੱਚ। ਇਹਦਾ ਵੇਖੋ ਨਾ ਇੱਕ ਐਗਜ਼ਾਮਪਲ ਹੋਰ ਵੀ ਹੈਗਾ, ਚੰਡੀਗੜ੍ਹ ਦੇ ਜਦੋਂ 28 ਪਿੰਡ ਇਹਨਾਂ ਨੇ ਉਜਾੜੇ ਆ ਯੂਟੀ ਬਣਾਉਣ ਲਈ। ਅੱਗੇ ਆ ਜਾਓ। ਕੋਈ ਜਦੋਂ 28 ਪਿੰਡਾਂ ਦਾ ਉਜਾੜਾ ਯੂਟੀ ਬਣਾਉਣ ਲਈ ਕੀਤਾ ਇਹਨਾਂ ਨੇ, ਸੈਂਟਰ ਨੇ, ਉਹ ਜਿਹੜੇ ਜਿਹੜੇ ਗੁਰਦੁਆਰੇ ਸਾਹਿਬ ਉੱਥੇ ਮੌਜੂਦ ਸੀ ਉਹਨਾਂ ਪਿੰਡਾਂ 'ਚ, ਉਹ ਸਾਰੇ ਅੱਜ ਗੁਰਦੁਆਰੇ ਹੈਗੇ ਨੇ ਉੱਥੇ। ਇਹਦਾ ਐਗਜ਼ਾਮਪਲ ਗੁਰਦੁਆਰਾ 38 ਦਾ, ਸ਼ਾਹਪੁਰ ਗੁਰਦੁਆਰਾ 8 ਦਾ। ਇਸ ਕਰਕੇ ਇਹ ਤੇ ਕਦੀ ਵੀ ਨਹੀਂ ਹੋ ਸਕਦਾ ਇਹ ਝੂਠ ਬੋਲਦੇ ਨੇ ਕਿ ਐਕਵਾਇਰ ਨੂੰ ਕਰਨ ਦੀ ਗੱਲ ਆਈ ਹੈ। ਸ਼ਾਇਦ ਇਹਨਾਂ ਦੀ ਕੋਈ ਹੋਰ ਗੱਲ ਹੋਏਗੀ, ਐਕਵਾਇਰਮੈਂਟ ਦੀ ਕੋਈ ਇੱਦਾਂ ਦੀ ਗੱਲ ਨਹੀਂ। ਜੇ ਆਈ ਵੀ ਆ ਤੇ ਇਹਦਾ ਹੱਲ ਲੱਭਣਾ ਚਾਹੀਦਾ ਸੀ ਬਚਾਉਣ ਲਈ। ਕੋਈ ਮੋਰਚਾ ਲਾਉਂਦੇ, ਇਹ ਲਾਉਂਦੇ ਜਿੱਦਾਂ ਅੱਜ ਅਸੀਂ ਆਏ ਆ, ਤੇ ਇਹ ਕੋਈ ਇੱਦਾਂ ਦਾ ਉਪਰਾਲਾ ਕਰਦੇ। ਨੋਟਿਸ ਦੀ ਗੱਲ ਕਰਦੇ ਨੇ, ਜਿਹੜੀ ਨੋਟਿਸ ਦੀ ਗੱਲ ਹੁੰਦੀ ਆ, ਜਦੋਂ ਨੋਟਿਸ ਦਾ ਸ਼੍ਰੋਮਣੀ ਕਮੇਟੀ ਜਵਾਬ ਵੀ ਕੋਈ ਨਹੀਂ ਦਿੰਦੀ। ਜਦੋਂ ਨੋਟਿਸ ਨਿਕਲਦਾ ਨਾ ਕਿਸੇ ਨੂੰ ਦੱਸਿਆ ਜਾਂਦਾ, ਨਾ ਨੋਟਿਸ ਦਾ ਜਵਾਬ ਦਿੱਤਾ ਜਾਂਦਾ, ਉਹਦਾ ਮਤਲਬ ਤੇ ਇਹੀ ਹੈ ਵੀ ਸ਼੍ਰੋਮਣੀ ਕਮੇਟੀ ਸਹਿਮਤ ਆ। ਜਦੋਂ ਮੌਕਾ ਹੁੰਦਾ ਉਦੋਂ ਨੋਟਿਸ ਦਾ ਜਵਾਬ ਨਹੀਂ ਦੇਣਾ,
ਜਦੋਂ ਸਮਾਂ ਲੰਘ ਜਾਂਦਾ ਹੈ, ਉਦੋਂ ਫਿਰ ਸਾਡੇ ਵਰਗਿਆਂ ਨੂੰ ਇੱਥੇ ਧਰਨੇ ਲਾਉਣੇ ਪੈਂਦੇ ਆ। ਕਿਉਂ ਲਾਉਣੇ ਪੈਂਦੇ ਆ? ਕਾਰਨ ਇਹ ਆ ਵੀ ਸ਼੍ਰੋਮਣੀ ਕਮੇਟੀ ਬੇਈਮਾਨ ਹੋਈ ਪਈ ਆ। ਸ਼੍ਰੋਮਣੀ ਕਮੇਟੀ ਆ ਜ਼ਮੀਨਾਂ ਵੇਚਣ ਨੂੰ ਤਿਆਰ ਖੜੀ ਆ। ਪਹਿਲੀ ਜ਼ਮੀਨ ਵੀ ਜਿਹੜੀ 11 ਏਕੜ ਵੇਚੀ ਆ, ਉਹਦੀ ਕੀਮਤ ਦਾ ਤੇ ਅੱਜ ਦੀ ਕੀਮਤ ਦਾ ਡਿਫਰੈਂਸ ਤੁਸੀਂ ਸੁਣ ਲਿਆ ਵੀ ਕਿੰਨਾ ਹੈ। ਹੁਣ ਜਿਹੜੀ ਵੇਚੀ ਜਾ ਰਹੀ ਇਹ ਜ਼ਮੀਨ, ਸਭ ਤੋਂ ਵੱਡੀ ਗੱਲ ਇਹ ਆ ਵੀ ਜਿੰਨੇ ਜ਼ਮੀਨ ਗੁਰੂ ਸਾਹਿਬ ਨੂੰ, ਗੁਰੂ ਦੇ ਨਾਂ ਤੇ ਦਾਨ ਕੀਤੀ ਇਸ ਇਲਾਕੇ ਲਈ, ਉਹ ਇਲਾਕੇ ਨੂੰ ਕੀ ਮਿਲ ਰਿਹਾ? ਜੇ ਇੱਥੋਂ ਜ਼ਮੀਨ ਚੁੱਕ ਕੇ ਮਲੇਰਕੋਟਲੇ ਖਰੀਦ ਲਈ ਉਹਨਾਂ, ਤੇ ਇਸ ਇਲਾਕੇ ਨੂੰ ਕੀ ਮਿਲਿਆ? ਉੱਥੋਂ ਜ਼ਮੀਨ ਤੇ ਇਸ ਇਲਾਕੇ ਦੇ ਲੋਕਾਂ ਨੇ ਦਾਨ ਕੀਤੀ ਗੁਰੂ ਸਾਹਿਬ ਦੇ ਨਾਂ ਤੇ ਜ਼ਮੀਨ ਖਰੀਦ ਲਈ ਮਲੇਰਕੋਟਲੇ ਜਾ ਕੇ, ਉਹਦਾ ਇਲਾਕੇ ਨੂੰ ਕੀ ਮਿਲਿਆ? ਉਹਦਾ ਹੁਣ ਵੀ ਜਿਹੜੀ ਜੇ ਤੁਸੀਂ ਉਹ ਜ਼ਮੀਨ ਐਕਵਾਇਰ ਕਰਾਉਣ ਤੋਂ ਵੀ ਆਜ਼ਾਦ ਕਰਵਾਉਣ ਤੋਂ ਤੁਸੀਂ ਸਾਡੇ ਨਾਲ ਹੋ, ਕੋਈ ਗੱਲ ਨਹੀਂ, ਅਸੀਂ ਵੀ ਤੁਹਾਡੀ ਮੰਗ ਅੱਗੇ ਭੇਜਦੇ ਹਾਂ ਤੇ ਐਕਵਾਇਰ ਕਰਾਉਣ ਤੋਂ ਜੋ ਵੀ ਹੱਲ ਹੋਇਆ, ਭਲੇ ਭਲੇ ਕੋਈ ਫੈਸਲਾ ਹੋਇਆ, ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਜੋ ਵੀ ਫੈਸਲਾ ਕਰਨਗੇ ਸਾਡੇ ਤੇ ਤੁਹਾਡੇ ਨਾਲ ਆ। ਅਸੀਂ ਤੁਸੀਂ ਆਪਣਾ ਮੰਗ ਪੱਤਰ ਸਾਨੂੰ ਦਿਓ ਤੇ ਅਸੀਂ ਦਫ਼ਤਰ ਭੇਜ ਦਿੰਦੇ ਹਾਂ। ਜ਼ਬਰਦਸਤੀ ਕਰਦੀ ਹੈ, ਇਹ ਫਰਜ਼ ਬਣਦਾ ਸੀ ਸ਼੍ਰੋਮਣੀ ਕਮੇਟੀ ਦਾ। ਇਹ ਸਾਨੂੰ ਦੱਸਦੀ ਉਹਦੇ ਬਾਰੇ ਵੀ ਸਰਕਾਰ ਇਹ ਧੱਕਾ ਕਰ ਰਹੀ ਹੈ। ਬਿਲਕੁਲ ਨਹੀਂ ਸਰਕਾਰ ਧੱਕਾ ਕਰਦੀ, ਇਹਨਾਂ ਦੀ ਸਹਿਮਤੀ ਬਿਨਾਂ ਕੋਈ ਹੋ ਨਹੀਂ ਸਕਦਾ। ਦੇਖੋ ਇਹ ਜਿਹੜਾ ਪ੍ਰਬੰਧ 'ਚ ਇੰਨਾ ਨਿਘਾਰ ਆ ਚੁੱਕਿਆ, ਮੈਂ 1 ਮਿੰਟ ਬੇਨਤੀ ਕਰ ਲਿਆ ਵੀ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਇੰਨਾ ਨਿਘਾਰ ਆ ਚੁੱਕਿਆ ਨਾ, ਅੱਜ ਤੋਂ 15 ਸਾਲ ਪਹਿਲਾਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਬਣਾਉਣਾ ਸੀ। ਉਹਦਾ ਟਰਸਟ ਦਾ ਪ੍ਰਧਾਨ ਬਣਾ ਤਿਆ ਸੁੱਚਾ ਸਿੰਘ ਲੰਗਾਹ ਨੂੰ, ਜਿਹਨੂੰ ਪਿੱਛੇ ਸਜ਼ਾ ਮਿਲੀ ਹੈ ਜੋ ਕਰਤੂਤਾਂ ਉਹਦੀਆਂ। ਕਾਗਜ਼ਾਂ 'ਚ ਉਹ ਸ਼੍ਰੋਮਣੀ ਕਮੇਟੀ ਦੇ ਰਿਕਾਰਡ 'ਚ ਕਾਲਜ ਬਣ ਗਿਆ, ਤਿਆਰ ਹੋ ਗਿਆ, ਪਰ ਜਦ ਉੱਥੇ ਦੇਖਿਆ ਇੱਕ ਕਿੱਟ ਵੀ ਨਹੀਂ ਲੱਗੀ ਵੀ ਸੀ। ਇਸ ਤਰ੍ਹਾਂ ਦਾ ਪ੍ਰਬੰਧ 'ਚ ਨਿਘਾਰ ਆ ਚੁੱਕਿਆ। ਪਿੱਛੇ ਇੱਕ ਇਹਨਾਂ ਨੇ ਜ਼ਮੀਨ 9 ਲੱਖੇ ਖਰੀਦੀ ਹੈ, ਉਹ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਉਹਦਾ ਪਾਇਆ 44 ਲੱਖ ਰੁਪਈਆ ਕਿੱਲੇ ਦਾ। ਇਹਨਾਂ ਨੇ ਸ਼ੋਅ ਕਰਿਆ ਵੀ ਅਸੀਂ 44 ਲੱਖ ਰੁਪਈਆ ਦਿੱਤਾ, ਪਰ ਉੱਥੇ ਜਿਹੜਾ ਰੇਟ ਹੈ ਉਹ ਸਾਰਾ 20 ਲੱਖ ਰੁਪਈਏ ਦਾ। ਜਿਹੜਾ 24 ਲੱਖ ਰੁਪਈਆ ਘਪਲਾ ਗੱਲ ਹੈ, ਇਹਨਾਂ 'ਚ ਘਪਲੇ ਹੋ ਰਹੇ ਹੈ। ਇਸੇ ਕਰਕੇ ਵੇਚੀ ਜਾ ਰਹੀਆਂ ਨਿੱਜੀ ਫਾਇਦਾ ਲੈਣ ਵਾਸਤੇ, ਕੋਈ ਗੁਰੂ ਘਰ ਦੀ ਚੜ੍ਹਦੀ ਕਲਾ ਵਾਸਤੇ, ਉਸ ਵਾਸਤੇ ਨਹੀਂ ਕੰਮ ਹੋ ਰਿਹਾ। ਤੇ ਇੱਕ ਇਹਨਾਂ ਨੂੰ ਅਸੀਂ ਮੈਮੋਰੰਡਮ ਦੇ ਰਹੇ ਆ ਹਨਾ। ਕੱਲ ਨੂੰ ਇਹ ਜਿੱਦਾਂ ਮੇਰੇ ਭਰਾ ਵੱਡੇ ਉਹ ਕਹਿ ਰਹੇ ਨੇ ਕਿ ਪੁੱਛੋ ਵੀ ਸਹੀ ਹੈ ਕੌਣ ਨੇ ਇਹ ਮੈਨੇਜਰ ਦੀ ਜਗ੍ਹਾ ਤੇ ਹਾਜ਼ਰ ਹੋਈ। ਹਾਂਜੀ ਕੀ ਨਾਂ ਕੀ ਸੁਰਜੀਤ ਸਿੰਘ ਹੈ ਜੀ। ਇਹਨਾਂ ਨੂੰ ਅਸੀਂ ਮੈਮੋਰੰਡਮ ਦੇ ਰਹੇ ਹਾਂ ਇਸ ਗੱਲ ਦਾ ਕਿ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਾ ਕਹੇ ਕਿ ਸਿੱਖ ਸੰਗਤ ਨੇ ਜਦੋਂ ਅਸੀਂ ਵੇਚੀ ਹੈ ਵਿਰੋਧ ਨਹੀਂ ਕੀਤਾ, ਕੋਈ ਸਾਨੂੰ ਲਿਖਤੀ ਰੂਪ 'ਚ ਨਹੀਂ ਦਿੱਤਾ। ਇਸ ਲਈ ਆ ਤੁਸੀਂ ਸਾਰੇ ਦੇਖ ਸਕਦੇ ਹੋ ਹਨਾ, ਇਹ ਅਸੀਂ ਲਿਖਤੀ ਰੂਪ 'ਚ ਦੇ ਰਹੇ ਹਾਂ। ਹਾਂ ਡੇਟ ਪਾ ਦਿਓ। ਇੱਕ ਪਿੰਡਾਂ ਦੀ ਮੈਂ ਗੱਲ ਕਰਦਾ, ਪਿੰਡਾਂ ਦੀ ਸਾਡੀ ਜ਼ਮੀਨਾਂ ਪਈਆਂ ਜੀ। ਸੁਣ ਲਿਓ ਮੇਰੀ ਗੱਲ, ਛੋਟੇ ਛੋਟੇ ਗੁਰਦੁਆਰਿਆਂ ਦੀਆਂ। ਇਹ ਤਾਂ ਤੁਹਾਡਾ ਦਾ ਦੇਖ ਲਓ, ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਹੈ, ਇਤਿਹਾਸਕ ਗੁਰਦੁਆਰਾ। ਉਹ ਸਾਡੇ ਛੋਟੇ ਛੋਟੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਪਈਆਂ ਹਾਲੇ ਵੀ ਸਾਡੇ ਪਿੰਡਾਂ ਦੀਆਂ, ਉਹ ਪੁੱਡਾ ਨਹੀਂ ਰਿਕੁਆਇਰ ਕਰ ਰਿਹਾ। ਦੱਸੋ ਨਹੀਂ ਕਰਦਾ। ਜਿੱਦਾਂ ਸਰਦਾਰ ਸਾਹਿਬ ਨੇ ਗੱਲ ਕੀਤੀ ਹੈ, ਕੱਲ ਨੂੰ ਉਹ ਕਹਿਣਗੇ ਕਿ ਅਸੀਂ ਗੁਰਦੁਆਰਾ ਸਾਹਿਬ ਇਸ ਨੂੰ ਰਿਕੁਆਇਰ ਕਰਨਾ, ਅਸੀਂ ਹੁਣ ਦੇ ਦਾਂਗੇ। ਆ ਲਓ ਜੀ ਛੋਟੇ ਗੁਰਦੁਆਰਿਆਂ ਦੇ ਰਿਕੁਆਇਰ ਕਰ ਰਹੇ, ਏਡੇ ਵੱਡੇ ਗੁਰਦੁਆਰੇ ਕਿਸ ਤਰ੍ਹਾਂ ਕਰ ਦਿੰਦੇ? ਮਤਲਬ ਲੈ ਨਹੀਂ ਰਹੇ। ਮੀਡੀਆ ਨੂੰ ਵੀ ਫੋਟੋ ਕਰਕੇ ਦੇ ਦਿੰਦੇ ਆ। ਗੁਰਦੁਆਰੇ ਯਾਰ ਕੈਮਰਾ ਪਿੱਛੇ ਕਰੇ ਭਾਈ। ਉਤਰਾਂ ਜ਼ਮੀਨ ਪਈ ਹੈ ਜੀ। ਸੈਨ ਦੇ ਦਿਓ। ਇੰਨੀ ਪੈੜੀ ਤਰੀਕੇ ਨਾਲ ਸਾਡੀ ਫਰਕ ਹਸਪਤਾਲ ਬਣਾਓ, ਕਿੰਨਾ ਮਹਿੰਗਾ ਸਾਡੇ ਲੋੜ ਹੈ ਜੀ, ਲੋੜ ਹੈ ਕਿ ਸਿੱਖ ਬੱਚੇ ਪੜ੍ਹਾਏ ਜਾਣ। ਇਹਨਾਂ ਦੀ ਕਾਪਾਤੀ ਜ਼ਿੰਮੇਵਾਰੀ ਇਹ ਤਾਂ ਨਿਭਾਉਣ ਜੇ ਇਹਨਾਂ ਦਾ ਮਨ ਸਾਫ਼ ਹੋਵੇ ਤਾਂ। ਸ਼੍ਰੋਮਣੀ ਕਮੇਟੀ ਤਾਂ ਖੁਦ ਜਿਹੜੀ ਪਹਿਲੋਂ ਵੇਚੀ ਆ ਉਹ ਵੀ ਇਹਨਾਂ ਜਾਣ ਆਪ ਹੀ ਵੇਚੀ ਆ। ਨਾਲੇ ਵੇਚਣ ਦੀ ਸਭ ਤੋਂ ਵੱਡਾ ਸਵਾਲ ਵੇਚਣ ਦੀ ਲੋੜ ਕੀ ਹੈ? ਲੋੜ ਕੀ ਹੈਗੀ? ਪੈਸੇ ਦੇ ਬਥੇਰੇ ਨੇ, ਕਰੋੜਾਂ ਦੀ ਵੇਦੀ ਕੱਲ ਨੂੰ ਅਰਬਾਂ। ਨਹੀਂ ਲੋੜ ਹੀ ਨਹੀਂ ਹੈਗੀ, ਸਗੋਂ ਹੋਰ ਖਰੀਦਣ, ਹੋਰ ਵੱਡੇ ਕੰਮ ਕਰਨ। ਮੋਬਾਈਲ ਨੰਬਰ ਸੰਗਤ ਨੂੰ ਬੇਨਤੀ ਹੈ ਆਪ ਚਾਹ ਪੀ ਲਿਓ। ਹਾਂਜੀ ਹਾਂਜੀ ਕੋਈ ਗੱਲ
ਟੋਪੀ ਮੇਰੇ ਕੋਲ ਲੈ ਕੇ ਜਾਂ ਟੋਪੀ ਵੀ ਉਹਨੂੰ ਦੇ ਦਈਏ ਠੀਕ ਹੈ, ਜਿਹੜਾ ਅੱਜ ਮੀਡੀਆ ਪਹੁੰਚਿਆ ਉਹਦਾ ਬਹੁਤ ਬਹੁਤ ਧੰਨਵਾਦ। ਜਿਹੜੀ ਕੋਈ ਸਰਕਾਰੀ ਜ਼ਮੀਨ ਹੈ ਪੁੱਡਾ ਵੱਲੋਂ ਐਕਵਾਇਰ ਕੀਤੀ ਜਾ ਰਹੀ ਹੈ, ਇਹਨਾਂ ਵੱਲੋਂ ਜਿਹੜੀ ਮੰਗ ਹੈ ਇਲਾਕੇ ਦੀ ਸੰਗਤ ਵੱਲੋਂ, ਅਸੀਂ ਇਹ ਮੰਗ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਤੱਕ ਪਹੁੰਚਾ ਦਾਂਗੇ। ਜੋ ਉਹਨਾਂ ਦਾ ਫੈਸਲਾ ਹੋਏਗਾ ਉਹੀ ਫਾਈਨਲ। ਕੀ ਮੰਗ ਕੀ ਹੈਗੀ ਜੀ ਇਹਨਾਂ ਦੀ? ਇਹਦੀ ਮੰਗ ਹੈ ਵੀ ਜਿਹੜੀ ਇਹ ਜ਼ਮੀਨ ਹੈ ਇਹ ਵੇਚੀ ਨਾ ਜਾਵੇ, ਇਹਦੀ ਥਾਂ ਤੇ ਸੰਗਤ ਦੀ ਭਲਾਈ ਲਈ ਉਹਦਾ ਕੋਈ ਹਸਪਤਾਲ ਜਾਂ ਕੋਈ ਹੋਰ ਕਾਰਜ ਕੀਤਾ ਜਾਵੇ, ਤੇ ਅਸੀਂ ਇਹ ਮੰਗ ਪ੍ਰਧਾਨ ਜੀ ਤੱਕ ਪਹੁੰਚਾ ਦਾਂਗੇ ਜੀ। ਕੀ ਤੁਸੀਂ ਇਹ ਜ਼ਮੀਨ ਵੇਚ ਰਹੇ ਹੋ ਜੀ? ਅਸੀਂ ਨਹੀਂ ਵੇਚ ਰਹੇ ਜੀ, ਅਜੇ ਵੇਚਣ ਬਾਰੇ ਕੋਈ ਕਾਰਵਾਈ ਨਹੀਂ ਹੋਈ ਹੈਗੀ। ਉਹਨਾਂ ਨੇ ਕਿਹਾ ਵੀ ਅਸੀਂ ਐਕਵਾਇਰ ਕਰ ਰਹੇ ਹਾਂ, ਉਹਦੇ ਬਾਰੇ ਜਾਣਕਾਰੀ ਦਫ਼ਤਰ ਭੇਜੀ ਗਈ ਹੈ, ਅਜੇ ਨਾ ਵੇਚੀ ਹੈ ਤੇ ਨਾ ਵਿਕੀ ਹੈ ਜੀ। ਤੁਹਾਨੂੰ ਕੋਈ ਨੋਟਿਸ ਆਇਆ ਉਹਨਾਂ ਵੱਲੋਂ, ਪੁੱਡਾ ਵੱਲੋਂ? ਨੋਟਿਸ ਉਹ ਅਖਬਾਰ 'ਚ ਕੱਢਦੇ ਆ ਜੀ, ਜੋ ਕਹਿੰਦੇ ਕੱਢਿਆ, ਪਰ ਸਾਨੂੰ ਅਖਬਾਰ 'ਚ ਵੀ ਕਿੱਥੇ ਨਹੀਂ ਮਿਲਿਆ। ਸਾਨੂੰ ਤਾਂ ਇਹ ਬਾਅਦ 'ਚ ਜਦੋਂ ਪਤਾ ਲੱਗਾ ਵੀ ਇਹ ਜ਼ਮੀਨ ਐਕਵਾਇਰ ਕੀਤੀ, ਫਿਰ ਅਸੀਂ ਦਫ਼ਤਰ ਗਏ ਆ, ਤੇ ਉਹ ਜਿਹੜੀ ਜਾਣਕਾਰੀ ਹੈ ਉਹ ਦਫ਼ਤਰ ਅਸੀਂ ਸ਼੍ਰੋਮਣੀ ਕਮੇਟੀ ਭੇਜਤੀ ਹੈ ਜੀ। ਉੱਥੋਂ ਅਧਿਕਾਰੀ ਵੀ ਆਏ ਨੇ, ਸਕੱਤਰ ਸਾਹਿਬ, ਉਹ ਇਹਨਾਂ ਨੇ ਪੁੱਡਾ ਨਾਲ ਗੱਲ ਕਰਕੇ ਗਏ ਨੇ। ਉਹ ਕਾਰਵਾਈ ਸਾਡੇ ਦਫ਼ਤਰ ਵੱਲੋਂ ਚੱਲ ਰਹੀ ਹੈ, ਨਾ ਤਾਂ ਵੇਚੀ ਹੈ ਤੇ ਨਾ ਵਿਕੀ ਹੈ, ਤੇ ਨਾ ਫਿਲਹਾਲ ਉਹਦੇ ਬਾਰੇ ਕੋਈ ਕਾਰਵਾਈ ਹੋਈ ਹੈ। ਗੱਲ ਹੋਣ ਤੋਂ ਬਾਅਦ ਕੀ ਸਾਹਮਣੇ ਆਇਆ ਜੀ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਹਜੇ ਕਲੀਅਰ ਨਹੀਂ ਹੈ ਵੀ ਉਹ ਖਰੀਦ ਰਹੇ ਕਿ ਜਾਂ ਕੁਝ ਵੀ ਨਹੀਂ ਫਾਈਨਲ ਹੋਇਆ। ਜੋ ਦਫ਼ਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਕਰਨਗੇ, ਫੈਸਲਾ ਕਰਨਗੇ, ਉਹੀ ਫਾਈਨਲ ਹੋਊਗਾ। ਜੇ ਹੁਣ ਚਾਹੀਏ ਤਾਂ ਇਹ ਮਸਲਾ ਹੱਲ ਹੋ ਸਕਦਾ। ਸਾਰੀ ਚਾਹੁੰਦੀ ਹੈ ਵੀ ਇਹ ਜ਼ਮੀਨ ਨਾ ਵਿਕੇ ਤੇ ਆਪਾਂ ਪੁੱਡਾ ਤੋਂ ਛੁਡਵਾ ਕੇ ਉਹਨੂੰ ਕਾਰਜ ਜਿਹੜਾ ਵੀ ਸੰਗਤ ਦੀ ਭਲਾਈ ਲਈ ਵਰਤ ਸਕਦੇ ਆਪਾਂ ਜੀ। ਹਾਂਜੀ ਬਸ ਤੁਹਾਡੇ ਨਾਲ ਆ ਜੀ। ਮਸਲਾ ਨਾ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਹੈ ਸਰਦਾਰ ਹਰਦੀਪ ਸਿੰਘ, ਉਹਨੇ ਧਿਆਨ ਚ ਲਿਆਂਦਾ, ਉਹਨੇ ਵਿਰੋਧ ਕਰਿਆ, ਪ੍ਰੈਸ ਕਾਨਫਰੰਸ ਪ੍ਰੈਸ ਨੂੰ ਵੀ ਉਹਨਾਂ ਨੇ ਉਹ ਕਰਿਆ। ਇਸ ਕਰਕੇ ਉਹ ਜਿਹੜੇ ਜਾਗਦੀ ਜ਼ਮੀਰ ਵਾਲੇ ਸ਼੍ਰੋਮਣੀ ਕਮੇਟੀ ਵੀ ਆ, ਉਹ ਵੀ ਆਵਾਜ਼ ਉਠਾ ਰਹੇ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਜਿਹੜਾ ਸੰਗਤਾਂ ਦੇ ਧਿਆਨ 'ਚ ਉਹਨਾਂ ਨੇ ਲਿਆਂਦਾ। ਇਹ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਦੀਪ ਸਿੰਘ ਨੇ ਮਸਲਾ ਉਠਾਇਆ। ਅੱਜ ਅਸੀਂ ਉਸ ਤੇ ਪਹਿਰਾ ਦੇਣ ਵਾਸਤੇ, ਉਹਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ। ਜੇਕਰ ਇਹਨਾਂ ਨੇ ਨਾ ਇਸ ਤੇ ਅਮਲ ਕਰਿਆ, ਵੀ ਨਾ ਰੋਕੀਓ, ਅਸੀਂ ਅਗਲਾ ਜਿਹੜਾ ਪੜਾਅ ਜਿਹੜਾ ਆਪਣਾ ਕੋਈ ਸਟੈਂਡ ਹੈ, ਇਹਦਾ ਵਿਰੋਧ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ। ਔਰ ਬਿਲਕੁਲ ਨੂੰ ਇਹਨਾਂ ਨੂੰ 1 ਇੰਚ ਜ਼ਮੀਨ ਨਹੀਂ ਵੇਚਣ ਦੇਣੀ। ਇਹ ਸਨ ਸਾਡੇ ਨਾਲ ਬਾਪੂ ਜੀ, ਬਾਪੂ ਗੁਰਚਰਨ ਸਿੰਘ ਜੀ, ਜਥੇਦਾਰ ਹਵਾਰਾ ਸਾਹਿਬ ਦੇ ਪਿਤਾ ਜੀ, ਜਿਹੜੇ ਕਿ ਅੱਜ ਇੱਥੇ ਗੁਰਦੁਆਰਾ ਅੰਬ ਸਾਹਿਬ ਵਿਰੋਧ ਕਰਨ ਪਹੁੰਚੇ ਹੈ, ਜਿਹੜੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਉਹ ਪੁੱਡਾ ਨੂੰ ਵੇਚੀ ਜਾ ਰਹੀ ਹੈ। ਤੇ ਅੱਜ ਇਹਨਾਂ ਹਵਾਰਾ ਸਾਹਿਬ ਵੱਲੋਂ ਜਿਹੜੀ ਅਕਾਲ ਯੂਥ ਜਥੇਬੰਦੀ ਹੈ ਉਹਦੇ ਵੱਲੋਂ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀਗਾ, ਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇੱਥੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ। ਤੇ ਮੈਨੇਜਰ ਸਾਹਿਬ ਵੱਲੋਂ ਵੀ ਇਹ ਆਸ਼ਵਾਸਨ ਦਵਾਇਆ ਗਿਆ ਵੀ ਜਿਹੜੀ ਸੰਗਤਾਂ ਦੀ ਮੰਗ ਹੈ ਅਸੀਂ ਅੱਪਰ ਪਜਾਵਾਂਗੇ, ਤੇ ਜੋ ਵੀ ਸੰਗਤ ਦਾ ਫੈਸਲਾ ਹੋਏਗਾ, ਮੰਗ ਹੋਏਗਾ, ਤੇ ਉਹਨੂੰ ਉੱਪਰ ਪਜਾ ਕੇ ਇਹਦੇ ਲਈ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਏਗੀ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ।